ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅੱਜ ਦੀਆਂ ਅਹਿਮ ਖਬਰਾਂ ਤੇ। ਗੱਲਬਾਤ ਕਰਾਂਗੇ ਕਿ ਕਾਂਗਰਸ ਦੇ ਕਾਟੋ ਕਲੇਸ਼ ਨੂੰ ਖਤਮ ਕਰ ਲਈ 3 ਮੈਂਬਰੀ ਜਿਹੜੀ ਕਮੇਟੀ ਬਣੀ ਸੀ ਉਹਦੇ ਵੱਲੋਂ ਪੰਜਾਬ ਕਾਂਗਰਸ ਦੇ ਲੀਡਰਾਂ ਦੇ ਨਾਲ ਬੈਠਕਾਂ ਲਗਾਤਾਰ ਜਾਰੀ ਨੇ। ਪਿਛਲੇ 2 ਦਿਨ ਇਹ ਬੈਠਕਾਂ ਹੋ ਚੁੱਕੀਆਂ ਨੇ। ਕਰੀਬ 50-55 ਜਿਹੜੇ ਵਿਧਾਇਕ ਨੇ ਤੇ ਮੰਤਰੀ ਨੇ ਉਹ ਇਸ ਕਮੇਟੀ ਦੇ ਨਾਲ ਜਿਹੜੀਆਂ ਬੈਠਕਾਂ ਕਰ ਚੁੱਕੇ ਨੇ। ਨਵਜੋਤ ਸਿੰਘ ਸਿੱਧੂ, ਪ੍ਰਗਟ ਸਿੰਘ ਹੋਰੀ ਵੀ ਜਿਹੜੇ ਕੱਲ ਵੀ ਜਿਹੜੇ ਪੇਸ਼ ਹੋਏ ਸੀ, ਅੱਜ ਪ੍ਰਤਾਪ ਸਿੰਘ ਬਾਜਵਾ ਪੇਸ਼ ਹੋਣਗੇ। ਅੱਜ ਵੀ ਨਜ਼ਰਾਂ ਇਸ ਕਮੇਟੀ ਦੇ ਉੱਪਰ, ਇਸ ਮੀਟਿੰਗ ਦੇ ਉੱਪਰ ਬਣੀਆਂ ਰਹਿਣਗੀਆਂ ਕਿਉਂਕਿ ਕੱਲ ਨਵਜੋਤ ਸਿੰਘ ਸਿੱਧੂ ਅਤੇ ਪ੍ਰਗਟ ਸਿੰਘ ਬਹੁਤ ਸਾਰੀਆਂ ਗੱਲਾਂ ਕਹਿ ਕੇ ਆਏ ਨੇ ਤੇ ਉਹਨਾਂ ਤੋਂ ਬਾਅਦ ਜੇਕਰ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਵਿਰੋਧੀ ਮੰਨਿਆ ਜਾਂਦਾ ਹੈ ਪ੍ਰਤਾਪ ਸਿੰਘ ਬਾਜਵਾ ਤੇ ਉਸ ਤੋਂ ਬਾਅਦ ਨੇ ਜਿਹੜੇ ਸ਼ਮਸ਼ੇਰ ਸਿੰਘ ਦੂਲੋ। ਅੱਜ ਐਮਪੀਆਂ ਨੂੰ ਟਾਈਮ ਹੈ ਤੇ ਅੱਜ ਕਿਹੜੇ ਐਮਪੀ ਉੱਥੇ ਪਹੁੰਚਦੇ ਨੇ ਉਹ ਤੁਹਾਨੂੰ ਦੱਸਾਂਗੇ ਤੇ ਕੀ ਕੁਝ ਅੱਜ ਦੀ ਜਿਹੜੀ ਰਣਨੀਤੀ ਇਸ ਬੈਠਕ ਦੇ ਵਿੱਚ ਰਹਿ ਸਕਦੀ ਹੈ, ਕੀ ਪਰਿਸਥਿਤੀਆਂ, ਬੈਠਕ ਦਾ ਕਿਹੋ ਜਿਹਾ ਜਿਹੜਾ ਮਾਹੌਲ ਰਹਿ ਸਕਦਾ ਹੈ ਉਹ ਤੁਹਾਨੂੰ ਦੱਸਾਂਗੇ। ਇੱਕ ਖਬਰ ਅੱਗੇ ਵੀ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਅੱਜ ਪੂਰੀ ਜਿਹੜੀ ਮੀਟਿੰਗ ਦਾ ਅਪਡੇਟ ਇਸ ਚੈਨਲ ਦੇ ਉੱਪਰ ਤੁਸੀਂ ਦੇਖ ਸਕਦੇ ਹੋ। ਤੇ ਅੱਜ ਉਸ ਤੋਂ ਪਹਿਲਾਂ ਅਸੀਂ ਵਿਚਾਰ ਚਰਚਾ ਕਰਾਂਗੇ ਉਸ ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਕੱਲ ਜਿਹੜਾ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਦੇ ਵੱਲੋਂ ਕੁਝ ਗੱਲਾਂ ਵੱਡੀਆਂ ਕਹੀਆਂ ਗਈਆਂ ਸੀ। ਹਾਲਾਂਕਿ ਕੱਲ ਦੇ ਪ੍ਰੋਗਰਾਮਾਂ ਦੇ ਵਿੱਚ ਉਹ ਤੁਹਾਨੂੰ ਦੱਸਿਆ ਵੀ ਸੀ, ਪਰ ਕੁਝ ਨਵੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿ ਹੁਣ ਅਗਲੀ ਰਣਨੀਤੀ ਕੀ ਹੋ ਸਕਦੀ ਹੈ ਉਹਦੇ ਤੇ ਵੀ ਵਿਚਾਰ ਚਰਚਾ ਕਰਾਂਗੇ। ਤੇ ਖਾਸ ਕਰਕੇ ਹੁਣ ਅਸ਼ਵਨੀ ਸ਼ੇਖੜੀ ਜਿਹੜੇ ਹੈ ਬਟਾਲੇ ਤੋਂ ਸਾਬਕਾ ਐਮਐਲਏ ਨੇ ਤੇ ਉਹਨਾਂ ਦੀ ਹੁਣ ਟਸਲ ਜਿਹੜੀ ਚੱਲ ਰਹੀ ਹੈ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਨਾਲ ਚੱਲ ਰਹੀ ਹੈ। ਉਹਨਾਂ ਨੇ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਉੱਪਰ ਵੱਡੇ ਇਲਜ਼ਾਮ ਲਾਏ ਨੇ। ਧਰਮਵਾਦ ਵੀ ਉਹਨਾਂ ਨੇ ਵਿੱਚ ਲਿਆਂਦੇ ਨੇ, ਕਿਹਾ ਕਿ ਇਹ ਲੀਡਰਸ਼ਿਪ ਹੈ ਜਿਹੜੀ ਕਾਂਗਰਸ ਦੇ ਵਿੱਚ ਹਿੰਦੂ ਚਿਹਰੇ ਆ ਜਿਹੜੇ ਉਹਨਾਂ ਨੂੰ ਖਤਮ ਕਰ ਰਹੀ ਹੈ। ਸਿੱਧੇ ਤੌਰ ਤੇ ਹੋਰ ਵੀ ਕਈ ਗੰਭੀਰ ਤੇ ਵੱਡੇ ਇਲਜ਼ਾਮ ਲਗਾਏ ਗਏ ਉਹਨਾਂ ਦੇ ਵੱਲੋਂ ਤੇ ਉਹਨਾਂ ਦੀਆਂ ਚਰਚਾਵਾਂ ਇਹ ਵੀ ਨੇ ਕਿ ਸ਼ਾਇਦ ਅਕਾਲੀ ਦਲ ਦੇ ਵਿੱਚ ਵਾਪਸ ਚਲੇ ਜਾਣ, ਮਾਫ ਕਰਨਾ, ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਜਾਣ। ਇਸ ਤੇ ਉਹ ਕੀ ਕਹਿੰਦੇ ਨੇ ਇਹ ਵੀ ਸਾਰੀਆਂ ਗੱਲਾਂ ਪਤਾ ਤੁਹਾਨੂੰ ਇੱਕ ਇੱਕ ਕਰਕੇ ਖੋਲ ਕੇ ਦੱਸਾਂਗੇ। ਤੇ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਸਾਡੇ ਨਾਲ ਜਿਹੜੇ ਮਹਿਮਾਨ ਡਾਕਟਰ ਭੀਮਿੰਦਰ ਸਿੰਘ ਜੀ ਰਾਜਨੀਤਿਕ ਮਾਹਰ ਦੇ ਤੌਰ ਤੇ ਜੁੜੇ ਹੋਏ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ। ਭੀਮਿੰਦਰ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਭੀਮਿੰਦਰ ਜੀ, ਮੈਂ ਚਾਹੁੰਦਾ ਕਿ ਆਪਾਂ ਕੱਲ ਦੀ ਮੀਟਿੰਗ ਇੱਕ ਵਾਰੀ ਮਾੜੀ ਜਿਹੀ ਝਾਤ ਮਾਰਦੀ ਜਿਹੜੀ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਦੇ ਸੰਦਰਭ ਦੇ ਵਿੱਚ ਆਪਾਂ ਗੱਲਬਾਤ ਥੋੜੀ ਜਿਹੀ ਕਰ ਲਈਏ ਕਿ ਉਹਨਾਂ ਨੇ ਅੰਦਰ ਬਹੁਤ ਕੁਝ ਕਹਿ ਤਾਂ ਆਂਦਾ, ਹੁਣ ਅਗਲੀ ਰਣਨੀਤੀ ਇਹਨਾਂ ਦੀ ਕੀ ਹੈ, ਕਿ ਪਿੱਛੇ ਮੁੜ ਸਕਦੀ ਹੈ ਇਹਨਾਂ ਨਹੀਂ, ਇਸ ਤੇ ਗੱਲਬਾਤ ਕਰੀਏ। ਬਾਅਦ ਚ ਕਰਦੇ ਹਾਂ। ਅੱਜ ਦੀ ਮੀਟਿੰਗ ਜਿਹੜੀ ਪ੍ਰਤਾਪ ਸਿੰਘ ਬਾਜਵਾ ਹੋਣ ਵਾਲੀ ਹੋਣੀ ਹੈ, ਕਿਵੇਂ ਦੇਖਦੇ ਹੋ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਟਵਿੱਟਰ ਦੇ ਉੱਪਰ ਬਾਹਰ ਸ਼ਬਦੀ ਵਾਰ ਸਾਧ ਰਹੇ ਸੀਗੇ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਤੇ ਪ੍ਰਗਟ ਸਿੰਘ ਪ੍ਰੈਸ ਕਾਨਫਰੰਸਾਂ ਕਰਕੇ ਲਗਾਤਾਰ ਨਿਸ਼ਾਨੇ ਸਾਧ ਰਹੇ ਸੀ, ਕੱਲ ਹਾਈ ਕਮਾਨ ਦੇ ਅੱਗੇ ਇਹਨਾਂ ਨੇ ਜਿਹੜੇ ਪੂਰੇ ਚਿੱਠੇ ਖੋਲੇ ਨੇ। ਕੀ ਲੱਗਦਾ ਹੈ ਕਿ ਜੇਕਰ ਹਾਈ ਕਮਾਨ ਇਹਨਾਂ ਦੀ ਮੰਨਦੀ ਹੈ ਤਾਂ ਇਹਨਾਂ ਲਈ ਵੈਲ ਐਂਡ ਗੁੱਡ ਹੋ ਸਕਦਾ ਹੈ, ਲੇਕਿਨ ਨਹੀਂ ਮੰਨਦੀ ਤਾਂ ਫਿਰ ਇਹਨਾਂ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਵਾਪਸੀ ਦੇ ਰਾਹ ਹੈਗੇ ਆ, ਕਾਂਗਰਸ ਦੇ ਵਿੱਚ ਰਹਿ ਸਕਦੇ ਆ, ਜਾਂ ਹੁਣ ਜਿਹੜੀਆਂ ਆਪਣੀਆਂ ਪਿਛਲੀਆਂ ਪੈੜਾਂ ਦੇ ਉੱਪਰ ਇਹ ਪੈਰ ਨਹੀਂ ਰੱਖ ਸਕਦੇ। ਜੀ ਸੁਖਵਿੰਦਰ ਜੀ, ਬਹੁਤ ਅੱਛਾ ਸਵਾਲ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਕੱਲ ਦੀ ਬੈਠਕ ਹੋਈ ਹੈ ਬਹੁਤ ਹੀ ਇੰਪੋਰਟੈਂਟ, ਬਹੁਤ ਹੀ ਅਹਿਮ ਬੈਠਕ ਜਿਹੜੀ ਹੈਗੀ ਹੈ ਮੰਨੀ ਜਾ ਰਹੀ ਸੀਗੀ। ਔਰ ਆਪਾਂ ਨੂੰ ਵੀ ਪਤਾ ਕਿਉਂਕਿ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ, ਪ੍ਰਗਟ ਸਿੰਘ ਹੋਰੀ ਜਿਹੜੇ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਉਹਨਾਂ ਨੂੰ। ਔਰ ਵੱਡੀ ਗੱਲ ਇਹ ਵੀ ਹੋਈ ਕਿ ਸਭ ਤੋਂ ਵੱਧ ਸਮਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਲਗਭਗ 2 ਘੰਟੇ ਦਾ ਸਮਾਂ ਜਿਹੜਾ ਹੈਗਾ ਉਹ ਦਿੱਤਾ ਗਿਆ। ਔਰ ਮੇਰਾ ਖਿਆਲ ਹੈ ਕਿ ਇਹਨਾਂ 2 ਘੰਟਿਆਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਬਰੀਕੀ ਦੇ ਵਿੱਚ ਔਰ ਬਹੁਤ ਅਹਿਮ ਜਿਹੜੇ ਨੇ ਖੁਲਾਸੇ ਹੋਏ ਹੋਣਗੇ, ਬਹੁਤ ਇੰਪੋਰਟੈਂਟ ਗੱਲਾਂ ਉਹਨਾਂ ਨੇ ਇੱਕ ਦੂਜੇ ਦੇ ਨਾਲ ਕੀਤੀਆਂ ਹੋਣਗੀਆਂ। ਖਾਸ ਤੌਰ ਤੇ ਜਿਹੜਾ ਪਿਛਲੇ 4.5 ਸਾਲ ਤੋਂ ਲਗਾਤਾਰ ਜੋ ਕੈਪਟਨ ਸਾਹਿਬ ਦਾ ਬਿਹੇਵੀਅਰ ਰਿਹਾ ਪੰਜਾਬ ਦੇ ਪ੍ਰਤੀ, ਮੁੱਦਿਆਂ ਦੇ ਪ੍ਰਤੀ, ਔਰ ਖਾਸ ਤੌਰ ਤੇ ਜਿਹੜੇ ਵੱਖ-ਵੱਖ ਸਿੱਟਾਂ ਜਦੋਂ ਬਣਦੀਆਂ ਰਹੀਆਂ ਨੇ ਔਰ ਉਹਨਾਂ ਦੇ ਨਤੀਜੇ ਜਿਹੜੇ ਨੇ ਬੇਸਿੱਟਾ ਨਿਕਲਦੇ ਰਹੇ ਨੇ, ਇਹ ਸਾਰੀਆਂ ਅਹਿਮ ਗੱਲਾਂ ਨਵਜੋਤ ਸਿੰਘ ਸਿੱਧੂ ਨੇ ਡਿਟੇਲ ਦੇ ਵਿੱਚ ਇੱਕ ਇੱਕ ਕਰਕੇ ਜਿਹੜੀਆਂ ਹੈਗੀਆਂ ਰੱਖੀਆਂ ਹੋਣਗੀਆਂ। ਔਰ ਇਸ ਤੋਂ ਇਲਾਵਾ ਨਸ਼ਿਆਂ ਦਾ ਮੁੱਦਾ ਹੋਵੇ, ਇਸ ਤੋਂ ਇਲਾਵਾ ਚਾਹੇ ਉਹ ਮਾਫੀਏ ਦਾ ਮੁੱਦਾ ਹੋਵੇ ਜਾਂ ਚਾਹੇ ਨੌਕਰੀਆਂ ਦਾ ਮੁੱਦਾ ਹੋਵੇ, ਕਿਸਾਨੀ ਦਾ ਮੁੱਦਾ ਹੋਵੇ, ਮੈਨੂੰ ਲੱਗਦਾ ਕਿ ਜਿਹੜੇ 2 ਘੰਟੇ ਲਾਉਣ ਦਾ ਮਕਸਦ ਜਾਂ ਕਾਰਨ ਜਿਹੜਾ ਹੈਗਾ ਇਹੀ ਸੀਗਾ ਕਿ ਇੱਕ ਇੱਕ ਮੁੱਦੇ ਦੇ ਉੱਤੇ ਬਹੁਤ ਗੰਭੀਰਤਾ ਦੇ ਨਾਲ ਗੱਲਬਾਤ ਹੋ ਸਕਦੀ ਹੈ। ਸੋ ਉਹਦਾ ਨਤੀਜਾ ਕੀ ਨਿਕਲੇਗਾ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਸੁਣਨ ਦਾ ਕਾਰਨ ਇਹੀ ਸੀਗਾ ਕਿ ਉਹ ਕੁਝ ਨਾ ਕੁਝ ਨਤੀਜੇ ਕੱਢਣਾ ਚਾਹੁੰਦੇ ਨੇ, ਚਾਹੇ ਉਹ 3 ਮੈਂਬਰੀ ਕਮੇਟੀ ਹੋਵੇ, ਚਾਹੇ ਰਾਹੁਲ ਜੀ ਖੁਦ ਹੋਣ। ਆਪਾਂ ਨੂੰ ਵੀ ਪਤਾ ਹੈ ਕਿ
ਇੱਕ ਪਾਸੇ 3 ਮੈਂਬਰੀ ਕਮੇਟੀ ਜਿਹੜੀ ਹੈਗੀ ਹੈ ਸਾਰੀ ਘੋਖ ਪੜਤਾਲ ਕਰ ਰਹੀ ਹੈ, ਦੂਜੇ ਪਾਸੇ ਰਾਹੁਲ ਜੀ ਖੁਦ ਜਿਹੜੇ ਨੇ ਉਹ ਇੱਕ ਵਿਧਾਇਕ ਨੂੰ, ਇੱਕ ਵੱਡੇ ਲੀਡਰ ਨੂੰ, ਖਾਸ ਤੌਰ ਤੇ ਜਿਹੜੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਜਿਹੜੇ ਵਿਧਾਇਕ ਨੇ ਉਹਨਾਂ ਦੇ ਆਪਣੇ ਖਾਸ ਬੰਦੇ ਨੇ, ਉਹਨਾਂ ਨੂੰ ਫੀਡਬੈਕ ਚੰਗੀ ਦੇ ਸਕਦੇ ਆ, ਤਾਂ ਉਹ ਵੀ ਜਿਹੜੇ ਨੇ ਆਪਣੇ ਤੌਰ ਤੇ ਕੁਝ ਸਿੱਟੇ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਮੈਨੂੰ ਇਹ ਲੱਗਦਾ ਹੈ ਕਿ ਇਹਦਾ ਪ੍ਰੈਸ਼ਰ 3 ਮੈਂਬਰੀ ਕਮੇਟੀ ਤੇ ਵੀ ਪਏਗਾ, ਇਹਦਾ ਪ੍ਰੈਸ਼ਰ ਜਿਹੜੀ ਕੈਪਟਨ ਸਾਹਿਬ ਦੀ ਕੋਟਰੀ ਹੈ ਉਹਦੇ ਉੱਤੇ ਵੀ ਪਏਗਾ। ਇਹਦਾ ਪ੍ਰੈਸ਼ਰ ਤੁਸੀਂ ਦੇਖਿਆ ਹੋਵੇਗਾ, ਨਤੀਜਾ ਇਹੀ ਨਿਕਲਿਆ ਹੈ ਜੋ ਅੱਜ ਅਖਬਾਰਾਂ ਦੀ ਸੁਰਖੀ ਬਣਿਆ ਹੈ, ਉਹਦੇ ਵਿੱਚ ਉਹੀ ਕਿਹਾ ਗਿਆ ਕਿ ਕੈਪਟਨ ਸਾਹਿਬ ਦੀ ਜਿਹੜੀ ਕਾਰਗੁਜ਼ਾਰੀ ਰਹੀ ਹੈ 4.5 ਸਾਲ ਦੀ, ਉਹਦੇ ਉੱਤੇ ਬਹੁਤ ਵੱਡੇ ਸਵਾਲੀਆ ਚਿੰਨ੍ਹ ਵੱਖ-ਵੱਖ ਵਿਧਾਇਕਾਂ ਨੇ ਲਾਏ ਨੇ। ਇਹ ਇੱਕ ਬਹੁਤ ਵੱਡੀ ਖਬਰ ਹੈ ਸੁਖਵਿੰਦਰ ਜੀ ਕਿ ਕੈਪਟਨ ਸਾਹਿਬ ਦੀ ਜਿਹੜਾ ਤੁਹਾਡਾ ਮੁੱਖ ਮੰਤਰੀ ਹੈ ਉਹਦੀ ਕਾਰਗੁਜ਼ਾਰੀ ਦੇ ਉੱਤੇ ਹੀ ਜਿਹੜੇ ਨੇ ਉਹ ਤੁਹਾਡੇ ਵਿਧਾਇਕ ਵੱਡੇ ਸਵਾਲ ਵਿਦਿਨ ਜਿਹੜੇ ਪਾਰਟੀ ਦੇ ਵਿੱਚੋਂ ਚੁੱਕ ਰਹੇ ਨੇ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਜਿਹੜਾ ਹੈਗਾ ਕੈਪਟਨ ਸਾਹਿਬ ਨੂੰ ਸੇਕ ਲੱਗਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਸੋ ਦੂਜੇ ਪਾਸੇ ਜਿਵੇਂ ਤੁਸੀਂ ਆਪਾਂ ਗੱਲ ਕੀਤੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਕੱਲ ਜਿਹੜੇ ਜਦੋਂ ਬਾਹਰ ਆਏ ਤਾਂ ਹੌਸਲੇ ਤੁਹਾਨੂੰ ਬੁਲੰਦ ਨਜ਼ਰ ਆ ਰਹੇ ਸੀਗੇ। ਉਹਨਾਂ ਨੇ ਜਿਹੜੀ ਵੀ ਗੱਲ ਕਹੀ ਆ, ਉਹਨਾਂ ਨੇ ਕਿਹਾ ਕਿ ਸੱਤਿਆਮੇਵ ਜਯਤੇ, ਮਤਲਬ ਅਖੀਰ ਸੱਚ ਦੀ ਜਿੱਤ ਹੋਏਗੀ। ਉਹਨਾਂ ਦਾ ਮਕਸਦ ਇਹੀ ਸੀਗਾ ਕਿ ਮੇਰੀ ਗੱਲ ਜਿਹੜੀ ਹੈਗੀ ਸੁਣੀ ਗਈ ਹੈ ਕਿਉਂਕਿ ਮੈਂ ਸੱਚ ਤੇ ਖੜਾ ਹਾਂ, ਮੈਂ ਸੱਚ ਤੇ ਪਹਿਰਾ ਦਿੱਤਾ ਹੈ ਔਰ ਸੱਚ ਦੇ ਉੱਤੇ ਪਹਿਰਾ ਦੇਣ ਕਰਕੇ ਮੈਨੂੰ ਬਹੁਤ ਸਾਰੀਆਂ ਜਿਹੜੀਆਂ ਨੇ ਅਹੁਦੇਦਾਰੀਆਂ ਜਾਂ ਹੋਰ ਜਿਹੜੀਆਂ ਕੁਰਸੀ ਦਾ ਲਾਲਚ ਜਿਹੜਾ ਹੈਗਾ ਉਹ ਮੈਨੂੰ ਛੱਡਣਾ ਪਿਆ ਹੈ। ਔਰ ਮੈਂ ਇਸ ਵੇਲੇ ਜਿਹੜਾ ਹੈਗਾ ਯਕੀਨ ਕਰਦਾ ਇਸ ਹਾਈ ਕਮਾਂਡ ਦੇ ਉੱਤੇ ਕਿ ਮੈਂ ਜਿਹੜਾ ਹੈਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੇਗੀ। ਇਹਦਾ ਮਤਲਬ ਹੈ ਕਿ ਉਹਨਾਂ ਦਾ ਮਕਸਦ ਇਹ ਸੀਗਾ ਇਸ ਗੱਲ ਕਰਨ ਦਾ ਕਿ ਅਖੀਰ ਨੂੰ ਸੱਚ ਦੀ ਜਿੱਤ ਹੋਏਗੀ, ਯਾਨੀ ਕਿ ਉਹਨਾਂ ਨੇ ਸੱਚ ਦੇ ਸਹਾਰਾ ਲੈ ਕੇ ਵੱਖ-ਵੱਖ ਮੁੱਦੇ ਲਗਾਤਾਰ ਉਹਨਾਂ ਨੇ ਕਿਹਾ ਕਿ ਮੈਂ ਉਠਾਉਂਦਾ ਰਿਹਾ। ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਉਠਾਉਂਦਾ ਰਿਹਾ, ਅੱਜ ਵੀ ਉਠਾ ਰਿਹਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਠਾਵਾਂਗਾ। ਯਾਨੀ ਕਿ ਉਹਨਾਂ ਦਾ ਮਤਲਬ ਇਹ ਸੀਗਾ ਕਿ ਜਿਹੜਾ ਮੇਰਾ ਸਟੈਂਡ ਹੈ ਉਹ ਪਹਿਲਾਂ ਵਾਲਾ ਹੀ ਰਹੇਗਾ, ਕਿਉਂਕਿ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਇਸ ਵੇਲੇ ਪੰਜਾਬ ਔਰ ਪੰਜਾਬੀ ਦਾ ਰਾਜ ਜਿਹੜਾ ਹੈਗਾ, ਪੰਜਾਬੀਅਤ ਜਿਹੜਾ ਹੈਗਾ ਉਹ ਜਿੱਤਣੀ ਚਾਹੀਦੀ ਹੈ ਔਰ ਪੰਜਾਬ ਬਚਣਾ ਚਾਹੀਦਾ। ਜਿਹੜੇ ਪੰਜਾਬ ਨੂੰ ਲੁੱਟਣ ਵਾਲੇ, ਪੰਜਾਬ ਨੂੰ ਕੁੱਟਣ ਵਾਲੇ ਜਿਹੜੇ ਲੋਕ ਨੇ ਉਹ ਜਿਹੜੇ ਨੇ ਪਿੱਛੇ ਜਾਣੇ ਚਾਹੀਦੇ ਨੇ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਗੱਲਾਂ ਦੇ ਵਿੱਚ ਬਹੁਤ ਸਾਰੀਆਂ ਆਪਣੇ ਦਿਲ ਦੀਆਂ ਭਾਵਨਾਵਾਂ ਵੀ ਕਹਿ ਗਏ ਔਰ ਮੈਨੂੰ ਇਹ ਵੀ ਪੂਰਾ ਭਰੋਸਾ ਹੈ ਸੁਖਵਿੰਦਰ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹਾਈ ਕਮਾਂਡ ਹੈ ਉਹ ਜ਼ਰੂਰ ਕੈਪਟਨ ਸਾਹਿਬ ਦੀ ਗੱਲ ਔਰ ਪ੍ਰਗਟ ਸਿੰਘ ਹੋਰਾਂ ਨੇ ਜਿਹੜੀ ਗੱਲ ਕਹੀ ਹੈ, ਉਹਨਾਂ ਨੇ ਪ੍ਰਗਟ ਸਿੰਘ ਹੋਰਾਂ ਨੇ ਤਾਂ ਇੱਥੋਂ ਤੱਕ ਵੀ ਕਹਿਤਾ ਕਿ ਮੈਂ ਲਗਾਤਾਰ ਚਿੱਠੀਆਂ ਵੀ ਲਿਖਦਾ ਰਿਹਾ ਔਰ ਲਗਾਤਾਰ ਮੈਂ ਮਿਲਣ ਦੀ ਕੋਸ਼ਿਸ਼ ਵੀ ਕਰਦਾ ਰਿਹਾ, ਪਰ ਜਿਹੜੀ ਹੈਗੀ ਹੈ ਨਾ ਮੈਨੂੰ ਮੇਰੀ ਚਿੱਠੀ ਦਾ ਕਿਸੇ ਦਾ ਜਵਾਬ ਆਇਆ, ਨਾ ਮੈਨੂੰ ਮਿਲਣ ਦਾ ਮੌਕਾ। ਸਾਰੇ ਤਾਂ ਉਹੀ ਗੱਲਾਂ ਸੀ ਜਿਹੜੀਆਂ ਬਾਹਰ ਕਹਿੰਦੇ ਰਹੇ ਨਵਜੋਤ ਸਿੰਘ ਸਿੱਧੂ, ਪ੍ਰਗਟ ਸਿੰਘ ਵੀ ਬਾਹਰ ਕਹਿੰਦੇ ਰਹੇ, ਉਹੀ ਗੱਲਾਂ ਜਿਹੜੀ ਉਹੀ ਸਵਾਲ ਜਿਹੜੇ ਅੰਦਰ ਜਾ ਕੇ ਉਹਨਾਂ ਨੇ ਖੜੇ ਕੀਤੇ ਹੋਣੇ ਆ। ਪਰ ਸਵਾਲ ਹੁਣ ਇਹ ਖੜਾ ਹੁੰਦਾ ਹੈ ਕਿ ਜਿਸ ਤਰੀਕੇ ਦੇ ਨਾਲ ਖੁੱਲ੍ਹ ਕੇ ਮੈਦਾਨ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਦੇ ਦੋਵੇਂ ਜਣੇ ਲੀਡਰ ਜਿਹੜੇ ਆਏ ਹੋਏ ਨੇ, ਜੇਕਰ ਇਹਨਾਂ ਦੀ ਗੱਲ ਮੰਨੀ ਜਾਂਦੀ ਹੈ ਤਾਂ ਵੈਲ ਐਂਡ ਗੁੱਡ, ਇਹਨਾਂ ਦੀ ਹੋ ਸਕਦਾ ਹੈ। ਪਰ ਜੇਕਰ ਨਹੀਂ ਮੰਨੀ ਜਾਂਦੀ, ਜੇਕਰ ਪਹਿਲਾਂ ਵਾਲੇ ਵਿਰੋਧੀਆਂ ਦੀ ਤਰ੍ਹਾਂ ਜੇਕਰ ਗੱਲਬਾਤ ਕਰੀਏ ਜਿਵੇਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਪਹਿਲਾਂ ਉੱਠਦੇ ਹੁੰਦੇ ਸੀਗੇ ਤੇ ਉਹਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਹੀ ਜਿੱਤ ਪ੍ਰਾਪਤ ਕਰਦੇ ਹੁੰਦੇ ਸੀ, ਜੇਕਰ ਇੱਥੇ ਵੀ ਸਥਿਤੀ ਇਹੋ ਜਿਹੀ ਬਣਦੀ ਹੈ, ਕੀ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਦੇ ਲਈ ਹੁਣ ਕਾਂਗਰਸ ਦੇ ਵਿੱਚ ਰਹਿਣਾ ਸੌਖਾ ਹੋ ਸਕਦਾ ਹੈ ਜੇਕਰ ਉਹਨਾਂ ਦੀ ਗੱਲ ਨਹੀਂ ਮੰਨੀ ਜਾਂਦੀ ਤੇ ਕੈਪਟਨ ਅਮਰਿੰਦਰ ਸਿੰਘ ਸਾਰੀ ਮੁਸੀਬਤ ਚੋਂ ਪਾਰ ਪਾ ਲੈਂਦੇ ਆ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਇਸ ਵਾਰੀ ਜਿਹੜੀ ਹੈਗੀ ਪੋਜੀਸ਼ਨ ਆਪਾਂ ਪਹਿਲਾਂ ਵੀ ਗੱਲਾਂ ਕਰਦੇ ਰਹੇ ਹਾਂ, ਇਹਦੇ ਵਿੱਚ ਸਮਝਣ ਦੀ ਲੋੜ ਹੈ ਸੁਖਵਿੰਦਰ ਜੀ ਕਿ ਇਸ ਵੇਲੇ ਜਿਹੜੀ ਕੈਪਟਨ ਦੀ ਪੋਜੀਸ਼ਨ ਹੈ ਉਹ ਪਿਛਲੀਆਂ ਸਾਰੀਆਂ ਪੁਰਾਣੀਆਂ ਪੋਜੀਸ਼ਨਸ ਨਾਲੋਂ ਵੱਖਰੀ ਪੋਜੀਸ਼ਨ ਹੈ। ਉਹਦਾ ਕਾਰਨ ਇਹ ਹੈ ਕਿ ਕੈਪਟਨ ਸਾਹਿਬ ਜਦੋਂ 17 ਦੇ ਵਿੱਚ ਆਏ ਸੀਗੇ ਚੋਣ ਦੇ ਮੂਡ ਦੇ ਵਿੱਚ, ਤਾਂ ਉਦੋਂ ਇਹੀ ਲੱਗ ਰਿਹਾ ਸੀਗਾ ਕਿ ਸ਼ਾਇਦ ਲੋਕਾਂ ਨੂੰ ਭੁਲੇਖਾ ਸੀਗਾ ਕਿ 2002 ਔਰ 7 ਵਾਲੇ ਕੈਪਟਨ ਹੋਣਗੇ, ਕਿਉਂਕਿ ਉਹ ਜਿਹੜੀ 2002 ਔਰ 7 ਵਾਲੀ ਪਾਰੀ ਸੀਗੀ ਉਹ ਬੜੀ ਅੱਛੀ ਰਹੀ ਸੀ ਲੋਕਾਂ ਦੀ ਔਰ ਖਾਸ ਤੌਰ ਤੇ ਜਿਹੜੇ ਕੰਮ ਉਹਨਾਂ ਨੇ ਕੀਤੇ ਸੀਗੇ ਕੈਪਟਨ ਸਾਹਿਬ ਨੇ, ਉਹ ਲੋਕਾਂ ਨੇ ਸ਼ਲਾਘਾ ਕੀਤੀ ਸੀ ਉਹਨਾਂ ਦਿਨਾਂ ਦੇ ਵਿੱਚ, ਤੁਹਾਨੂੰ ਵੀ ਸਾਰਿਆਂ ਨੂੰ ਆਪਾਂ ਨੂੰ ਯਾਦ ਹੈ। ਪਰ ਜਦੋਂ 17 ਦੇ ਵਿੱਚ ਆਏ ਤਾਂ ਲੋਕਾਂ ਨੂੰ ਲੱਗਿਆ ਕਿ ਕੈਪਟਨ ਸਾਹਿਬ ਸਾਡਾ ਦੁਬਾਰਾ ਜਿਹੜਾ ਹੈਗਾ ਪੱਲਾ ਫੜਨਗੇ ਔਰ ਇਹਦੇ ਵਿੱਚ ਲੋਕਾਂ ਨੂੰ ਇਹ ਵੀ ਲੱਗਦਾ ਸੀਗਾ ਕਿ ਸਾਡੀਆਂ ਸਮੱਸਿਆਵਾਂ ਦਾ ਹੱਲ ਕਰਨਗੇ ਔਰ ਬਹੁਤ ਸਾਰੇ ਵਾਅਦੇ ਆਪਾਂ ਨੂੰ ਪਤਾ ਹੈ ਕਿ ਉਹਨਾਂ ਨੇ ਕੀਤੇ ਇਸ ਸਿਲਸਿਲੇ ਦੇ ਵਿੱਚ ਕਿ ਤੁਸੀਂ ਇਹ ਵੀ ਕਿਹਾ ਉਹਨਾਂ ਨੇ ਕਿ ਤੁਸੀਂ ਮੈਨੂੰ ਆਖਰੀ ਵਾਰੀ ਵੋਟਾਂ ਪਾਉਣੀਆਂ ਨੇ ਔਰ ਮੈਂ ਆਖਰੀ ਵਾਰੀ ਚੋਣ ਲੜ ਰਿਹਾ ਔਰ ਇਸ ਤੋਂ ਬਾਅਦ ਮੈਂ ਚੋਣ ਨਹੀਂ ਲੜਾਂਗਾ, ਇੱਕ ਵਾਰੀ ਮੈਨੂੰ ਤੁਸੀਂ ਮੁੱਖ ਮੰਤਰੀ ਬਣਾ ਦਿਓ।
ਇਹ ਗੱਲਾਂ ਉਹਨਾਂ ਨੇ ਬਾਰ-ਬਾਰ ਉਸ ਵੇਲੇ ਕੀਤੀਆਂ ਸੀਗੀਆਂ। ਉਸ ਤੋਂ ਬਾਅਦ ਇਹੀ ਗੱਲਾਂ ਨੂੰ ਲੈ ਕੇ 19 ਦੇ ਵਿੱਚ ਵੀ ਜਿਹੜਾ ਹੈਗਾ ਆਪਾਂ ਨੂੰ ਪਤਾ ਹੈ ਕਿ ਹਾਲਾਂਕਿ ਉਦੋਂ ਉਸ ਵੇਲੇ ਕਿਹਾ ਜਾ ਰਿਹਾ ਸੀ ਪੂਰੇ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ, ਕਿ ਮੋਦੀ ਲਹਿਰ ਚੱਲ ਰਹੀ ਸੀਗੀ, ਪਰ ਪੰਜਾਬ ਨੇ ਉਸ ਵੇਲੇ ਵੀ 8 ਸੀਟਾਂ ਜਿਹੜੀਆਂ ਸੀਗੀ 8 MP ਪੰਜਾਬ ਦੇ ਵਿੱਚੋਂ ਜਿੱਤ ਕੇ ਗਏ ਕੈਪਟਨ ਸਾਹਿਬ ਦੀ ਰਹਿਨੁਮਾਈ ਦੇ ਵਿੱਚ। ਔਰ ਵੱਡੀ ਗੱਲ ਇਹ ਹੋਈ ਕਿ 80 MLA ਸਾਹਿਬਾਨ ਜਿਹੜੇ ਨੇ ਕਾਂਗਰਸ ਦੇ 17 ਦੇ ਵਿੱਚ ਜਿੱਤੇ ਸੀਗੇ। ਪਰ ਜਦੋਂ ਲੋਕਾਂ ਨੂੰ ਹੌਲੀ-ਹੌਲੀ ਇਹ ਲੱਗਦਾ ਗਿਆ, ਇੱਕ ਤਾਂ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਕੈਪਟਨ ਸਾਹਿਬ ਨੂੰ ਲੱਗਿਆ ਕਿ ਹੁਣ ਤਾਂ ਲੋਕ ਮੈਨੂੰ ਵੋਟਾਂ ਪਾ ਰਹੇ ਨੇ ਔਰ ਇਸ ਕਰਕੇ ਮੇਰੀ ਸ਼ਾਇਦ ਜਿਹੜੀ ਪਕੜ ਹੈ ਪੰਜਾਬ ਦੀ ਕਾਂਗਰਸ ਦੇ ਉੱਤੇ ਮਜ਼ਬੂਤ ਹੋ ਰਹੀ ਹੈ। ਪਰ ਅੰਦਰ ਖਾਤੇ ਕੀ ਹੋ ਰਿਹਾ ਸੀਗਾ ਕਿ ਇੱਕ ਤਾਂ ਨਾ ਮਿਲਣਾ, ਲੋਕਾਂ ਨੂੰ ਨਾ ਮਿਲਣਾ, ਵਿਧਾਇਕਾਂ ਨੂੰ ਨਾ ਮਿਲਣਾ, ਵਲੰਟੀਅਰਸ ਨੂੰ ਨਾ ਮਿਲਣਾ, ਉਹਨਾਂ ਤੋਂ ਦੂਰੀ ਬਣਾ ਕੇ ਰੱਖਣੀ, ਇਹਦਾ ਜਿਹੜਾ ਹੈਗਾ ਕਾਫੀ ਨੁਕਸਾਨ ਕੈਪਟਨ ਸਾਹਿਬ ਨੂੰ 19 ਤੋਂ ਬਾਅਦ ਹੋਣਾ ਸ਼ੁਰੂ ਹੋਇਆ। ਔਰ ਦੂਜਾ ਸੀਗਾ ਕਿ ਜਿਹੜੇ ਵੱਖ-ਵੱਖ ਵਾਅਦੇ ਵੱਡੇ ਉਹਨਾਂ ਨੇ ਕੀਤੇ ਸੀਗੇ, ਉਹਦੇ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। ਤੀਜੀ ਵੱਡੀ ਘਟਨਾ ਉਸ ਵੇਲੇ ਵਾਪਰੀ ਔਰ ਉਸ ਘਟਨਾ ਨੇ ਤਾਂ ਬਹੁਤ ਜਿਹੜੀ ਹੈਗੀ ਹੈ ਨੁਕਸਾਨ ਕੈਪਟਨ ਸਾਹਿਬ ਦਾ ਕੀਤਾ। ਉਹ ਸੀਗਾ ਕਿ ਜਿਹੜੀ ਬਰਗਾੜੀ ਗੋਲੀ ਕਾਂਡ ਵਾਲੀ ਸਿੱਟ ਜਾਂ ਕੋਟਕਪੂਰਾ ਜਿਹੜੀ ਗੋਲੀ ਕਾਂਡ ਵਾਲੀ ਜਿਹੜੀ ਸਿੱਟਾਂ ਬਣੀਆਂ ਵੱਖ-ਵੱਖ, ਉਹ ਬੇਸਿੱਟਾ ਰਹਿਣ ਕਰਕੇ ਕੈਪਟਨ ਸਾਹਿਬ ਦੇ ਜਿਹੜੇ ਸੀਗੇ ਜਿਹੜੀ ਯੂ ਟਰਨ ਆਉਣੀ ਸ਼ੁਰੂ ਹੋ ਗਈ ਉਹਨਾਂ ਦੇ ਕੈਰੀਅਰ ਦੇ ਵਿੱਚ। ਸੋ ਇਸ ਕਰਕੇ ਇਹ ਘੱਟ ਸੰਭਾਵਨਾਵਾਂ ਨੇ, ਜਿਹੜਾ ਤੁਹਾਡਾ ਸਵਾਲ ਹੈ ਉਹਦੀਆਂ ਘੱਟ ਸੰਭਾਵਨਾਵਾਂ ਨੇ ਕਿ ਕੈਪਟਨ ਸਾਹਿਬ ਦੀ ਜਿਹੜੀ ਪੁਰਾਣੀ ਜਿਹੜੇ ਹਾਲਾਤ ਸੀਗੇ ਉਹਦੇ ਵਾਂਗ ਹੁਣ ਕੋਈ ਨਵੀਂ ਜਿੱਤ ਜਿਹੜੀ ਹੈਗੀ ਹੋ ਜਾਏਗੀ। ਉਹਨਾਂ ਦੇ ਜਿੱਤਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਨੇ ਕੈਪਟਨ ਸਾਹਿਬ ਦੇ। ਹਾਂ, ਪਰ ਦੂਜੇ ਪਾਸੇ ਜੇ ਆਪਾਂ ਕਹਿੰਦੇ ਕਿ 1%, ਜੇ ਮੰਨ ਲਓ 1% ਨਵਜੋਤ ਸਿੰਘ ਸਿੱਧੂ ਜਾਂ ਪ੍ਰਗਟ ਸਿੰਘ ਦੀ ਨਹੀਂ ਸੁਣੀ ਜਾਂਦੀ ਤਾਂ ਕੀ ਹੋਏਗਾ? ਤਾਂ ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿ ਕੈਪਟਨ ਸਾਹਿਬ ਜਾਂ ਨਵਜੋਤ ਸਿੰਘ ਸਿੱਧੂ ਹੋਰੀ ਜਿਹੜੇ ਸਟੈਂਡ ਲੈ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ, ਉਹੀ ਸਟੈਂਡ ਲੈਂਦੇ ਰਹਿਣਗੇ, ਉਹੀ ਸਟੈਂਡ ਰੱਖਣਗੇ। ਪਰ ਉਹਦੇ ਵਿੱਚ ਉਹਨਾਂ ਨੂੰ ਹੋ ਸਕਦਾ ਹੈ ਕਿ ਪਾਰਟੀ ਬਦਲਣ ਲਈ ਮਜਬੂਰ ਹੋਣਾ ਪਵੇ। ਇਹ ਸੰਭਾਵਨਾਵਾਂ ਜਿਹੜੀਆਂ ਨੇ ਜ਼ਿਆਦਾ ਦਿਖਾਈ ਦੇ ਰਹੀਆਂ ਨੇ ਕਿ ਪ੍ਰਗਟ ਸਿੰਘ ਹੋਰਾਂ ਨੂੰ ਔਰ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਆਪਣੀ ਜਿਹੜੀ ਹੈਗੇ ਕਿਸੇ ਹੋਰ ਪਾਰਟੀ ਦੇ ਵਿੱਚ ਜਾ ਕੇ ਆਪਣੀਆਂ ਜਿਹੜੀਆਂ ਇਹ ਇੱਛਾਵਾਂ ਨੇ, ਇਹ ਜਿਹੜੇ ਉਹਨਾਂ ਦੇ ਮੁੱਦੇ ਜਿਹੜੇ ਬਾਰ-ਬਾਰ ਉਠਾਉਂਦੇ ਨੇ, ਉਹਨਾਂ ਨੂੰ ਪੂਰੀ ਕਰਨ ਦੀ ਫਿਰ ਉਹ ਉੱਥੇ ਕੋਸ਼ਿਸ਼ ਕਰਨਗੇ। ਔਰ ਫਿਰ ਤਾਂ ਕਾਂਗਰਸ ਦੇ ਵਿੱਚ ਜਿਹੜਾ ਹੈਗਾ ਮੈਨੂੰ ਨਹੀਂ ਲੱਗਦਾ ਕਿ ਉਹ ਬਹੁਤਾ ਸਮਾਂ ਉਹ ਟਿਕੇ ਰਹਿਣਗੇ, ਕਿਉਂਕਿ ਉਹਦਾ ਕਾਰਨ ਇਹੀ ਹੈ ਕਿ 22 ਬਹੁਤ ਨੇੜੇ ਆ, ਚੋਣਾਂ ਬਹੁਤ ਨੇੜੇ ਨੇ। ਅੱਜ ਹੀ ਜਿਹੜੀ ਹੈਗੀ ਖਬਰ ਆ ਗਈ ਕਿ ਜਿਹੜੀਆਂ ਪੰਜਾਬ ਦੀਆਂ ਚੋਣਾਂ ਸਮੇਂ ਸਿਰ ਹੋਣ ਜਾ ਰਹੀਆਂ ਨੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਇੱਕ ਵਾਰੀ ਜ਼ਰੂਰ ਦੇਖਣਗੇ ਕਿ ਇਸ ਪਾਰਟੀ 'ਚ ਰਹਿ ਕੇ ਕੀ ਮੈਂ ਆਪਣੇ ਜੋ ਸੁਪਨਿਆਂ ਦਾ ਪੰਜਾਬ ਹੈ ਮੇਰਿਆਂ ਦਾ, ਜੋ ਮੇਰੇ ਸੁਪਨੇ ਨੇ ਪੰਜਾਬ ਦੇ ਪ੍ਰਤੀ, ਕੀ ਮੈਂ ਇੱਥੇ ਰਹਿ ਕੇ ਪੂਰਾ ਕਰ ਸਕਦਾ ਹਾਂ। ਜੇ ਉਹਨਾਂ ਨੂੰ ਲੱਗੂਗਾ ਕਿ ਮੈਂ ਇੱਥੇ ਪੂਰਾ ਨਹੀਂ ਕਰ ਸਕਦਾ, ਮੇਰੀ ਸੁਣਵਾਈ ਨਾ ਹੇਠਾਂ ਹੈ ਨਾ ਉੱਪਰ ਹੈ, ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਔਰ ਪ੍ਰਗਟ ਸਿੰਘ ਹੋਰਾਂ ਨੂੰ ਜਾਂ ਹੋਰ ਜਿਹੜੇ ਬਾਕੀ ਕਈ ਹੋਰ ਵਿਧਾਇਕ ਵੀ ਹੋਣਗੇ, ਉਹ ਵੀ ਜਿਹੜੇ ਨੇ ਪਾਰਟੀ ਛੱਡਣ ਲਈ ਮਜਬੂਰ ਹੋਣਗੇ। ਕਾਂਗਰਸ ਦਾ ਇਹਦੇ ਨਾਲ ਕਾਫੀ ਵੱਡਾ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਫਿਰ ਹੋ ਸਕਦੀਆਂ ਨੇ ਔਰ ਹੋ ਸਕਦਾ ਹੈ ਕਿ 22 ਦੇ ਵਿੱਚ ਕਾਂਗਰਸ ਬੁਰੀ ਤਰ੍ਹਾਂ ਹਾਰੇ। ਜੋ ਹਾਲ ਆਪਾਂ ਨੂੰ ਪਤਾ ਹੈ ਕਿ 17 ਦੇ ਵਿੱਚ ਅਕਾਲੀ ਦਲ ਦਾ ਹੋਇਆ ਸੀਗਾ, ਲਗਭਗ ਉਹੀ ਹਾਲ ਜਿਹੜਾ ਹੈਗਾ 22 ਦੇ ਵਿੱਚ ਕਾਂਗਰਸ ਦਾ ਹੋਣ ਦੀਆਂ ਸੰਭਾਵਨਾਵਾਂ ਫਿਰ ਬਣ ਸਕਦੀਆਂ ਨੇ। ਸੁਖਵਿੰਦਰ ਜੀ, ਬਿਲਕੁਲ। ਜੇਕਰ ਅੱਜ ਦੀ ਗੱਲ ਕਰੀਏ, ਅੱਜ ਜਿਹੜੇ MPs ਨੂੰ ਉੱਥੇ ਬੁਲਾਇਆ ਗਿਆ, ਪਹਿਲਾਂ ਵਿਧਾਇਕਾਂ ਦੀਆਂ ਗੱਲਾਂ ਸੁਣੀਆਂ ਗਈਆਂ ਨੇ, ਅੱਜ ਪ੍ਰਤਾਪ ਸਿੰਘ ਬਾਜਵਾ ਦਾ ਵੀ ਟਾਈਮ ਹੈ, ਸ਼ਮਸ਼ੇਰ ਸਿੰਘ ਦੂਲੋ ਵੀ ਉੱਥੇ ਜਾ ਸਕਦੇ ਨੇ, ਰਵਨੀਤ ਸਿੰਘ ਬਿੱਟੂ ਵੀ ਜਿਹੜੇ ਜਾ ਸਕਦੇ, ਕਿਉਂਕਿ ਇਹ ਵੀ ਸਵਾਲ ਜਿਹੜੇ ਪਿਛਲੇ ਦਿਨਾਂ ਤੋਂ ਦਬਵੀਂ ਆਵਾਜ਼ ਵਿੱਚ, ਹਾਲਾਂਕਿ ਦੋਗਲੀ ਰਾਜਨੀਤੀ ਅਪਣਾਉਂਦੇ ਰਵਨੀਤ ਸਿੰਘ ਬਿੱਟੂ ਦਿਖਾਈ ਦਿੱਤੇ ਹੈ, ਕਿਤੇ ਕੈਪਟਨ ਅਮਰਿੰਦਰ ਸਿੰਘ ਦੇ ਵੱਲ, ਕਿਤੇ ਕੈਪਟਨ ਅਮਰਿੰਦਰ ਸਿੰਘ ਦੇ ਥੋੜ੍ਹੇ ਬਹੁਤ ਵਿਰੋਧ ਦੇ ਵਿੱਚ, ਜਿਹੜੀ ਉਹਨਾਂ ਦੀ ਤਾਂ ਦੋਗਲੀ ਗੱਲ ਹੈ। ਤੇ ਜੇਕਰ ਆਪਾਂ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਦੀ ਗੱਲ ਕਰੀਏ ਤਾਂ ਉਹ ਕਿਸ ਤਰੀਕੇ ਦੇ ਨਾਲ ਅੱਜ ਪਰਿਸਥਿਤੀਆਂ ਰਹਿਣ ਵਾਲੀਆਂ ਨੇ, ਜਿਸ ਤਰੀਕੇ ਦੇ ਨਾਲ ਬਾਹਰ ਹਮਲੇ ਕਰਦੇ ਰਹੇ ਆ ਪ੍ਰਗਟ ਸਿੰਘ ਤੇ ਨਵਜੋਤ ਸਿੰਘ ਸਿੱਧੂ ਨੇ ਵੀ ਕੱਲ੍ਹ ਅੰਦਰ ਕਾਫੀ ਵਿਸਫੋਟ ਕਹਿੰਦੇ ਕੀਤੇ। ਹੁਣ ਇਹ ਵੀ ਕੁਝ ਨਾ ਕੁਝ ਵੱਡਾ ਜਿਹੜਾ ਲੈ ਕੇ ਅੰਦਰ ਜਾ ਸਕਦਾ, ਕਿਉਂਕਿ ਉਹੀ ਗੱਲਾਂ ਉਹੀ ਬਾਤਾਂ ਤਾਂ ਪ੍ਰਗਟ ਸਿੰਘ ਨੇ ਵੀ ਦੱਸੀਆਂ, ਕੁਝ ਹੋਰ ਵੀ ਕਹਿੰਦੇ ਦਸਤਾਵੇਜ਼ ਇਹ ਵੀ ਲਿਜਾ ਸਕਦੇ ਅੰਦਰ ਜਿਹਦੇ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਲਈ ਮੁਸ਼ਕਲਾਂ ਜਿਹੜੀਆਂ ਖੜੀਆਂ ਹੋ ਸਕਦੀਆਂ। ਸੁਖਵਿੰਦਰ ਜੀ, ਜਦੋਂ ਅਸੀਂ ਨਵਜੋਤ ਸਿੰਘ ਸਿੱਧੂ ਜਾਂ ਪ੍ਰਗਟ ਸਿੰਘ ਹੋਰਾਂ ਦੀ ਗੱਲ ਕਰਦੇ ਹਾਂ ਤਾਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਇਹ ਤਾਂ ਬਾਕੀ ਜਿਹੜੀਆਂ ਬਾਹਰਲੀਆਂ ਪਈਆਂ ਪਾਰਟੀਆਂ ਚੋਂ ਆ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਸੀਗੇ, ਇਸ ਕਰਕੇ ਬਹੁਤਾ ਜਿਹੜੀ ਹੈਗੀ ਹੈ ਇਹਨਾਂ ਦੀਆਂ ਗੱਲਾਂ ਦੇ ਉੱਤੇ ਤਵੱਜੋ ਜਿਹੜੀ ਹੈਗੀ ਹੈ ਨਹੀਂ ਦਿੱਤੀ ਜਾਂਦੀ। ਪਰ ਜਿਹੜੇ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰ ਰਹੇ ਹੋ,
ਸ਼ਮਸ਼ੇਰ ਸਿੰਘ ਦੁੱਲੋ ਦੀ ਤੁਸੀਂ ਗੱਲ ਕਰ ਰਹੇ ਹੋ, ਤਾਂ ਇਹ ਇੱਕ ਐਸੇ ਸ਼ਖਸੀਅਤਾਂ ਨੇ ਜਿਹੜੀਆਂ ਕਿ ਇਹ ਸਮਝਦੀਆਂ ਨੇ ਕਿ ਅਸੀਂ ਟਕਸਾਲੀ ਕਾਂਗਰਸੀ ਹਾਂ। ਕਾਂਗਰਸ ਪੰਜਾਬ ਦੇ ਵਿੱਚ ਅਸੀਂ ਜਿਹੜੀ ਹੈਗੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਨੇ ਔਰ ਅਸੀਂ ਜਿਹੜੀ ਪੰਜਾਬ ਦੀ ਕਾਂਗਰਸ ਹੈ ਉਹ ਇੱਥੋਂ ਤੱਕ ਲੈ ਕੇ ਆਏ ਹਾਂ ਔਰ ਉਹਦੇ ਵਿੱਚ ਸਾਡਾ ਬੜਾ ਵੱਡਾ ਰੋਲ ਹੈ, ਸਾਡਾ ਪੀੜ੍ਹੀਆਂ ਦਾ ਰੋਲ ਹੈ। ਇਹ ਗੱਲਾਂ ਅਕਸਰ ਜਿਹੜੀ ਹੈਗੇ ਚਾਹੇ ਰੰਧਾਵਾ, ਸੁਖਜਿੰਦਰ ਰੰਧਾਵਾ ਜੀ ਹੋਣ ਜਾਂ ਹੋਰ ਇੱਦਾਂ ਦੇ ਜਿਹੜੇ ਨੇ ਟਕਸਾਲੀ ਕਾਂਗਰਸੀ ਹੋਣ, ਇਹ ਅਕਸਰ ਕਰਦੇ ਆ। ਸੋ ਹੁਣ ਜਿਹੜੀ ਪ੍ਰਤਾਪ ਸਿੰਘ ਬਾਜਵਾ ਨੂੰ ਜਦੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹਨਾਂ ਦੇ ਦਿਲ ਦੇ ਵਿੱਚ ਇੱਕ ਸੱਲ ਲੱਗੀ ਹੋਈ ਹੈ। ਉਹਨਾਂ ਦਾ ਸੀਨਾ ਜਿਹੜਾ ਹੈਗਾ ਜ਼ਖਮੀ ਇਸ ਲਈ ਹੋਇਆ ਹੈ ਕਿਉਂਕਿ ਕੈਪਟਨ ਸਾਹਿਬ ਨੇ ਜਦੋਂ ਬਾਜਵਾ ਜੀ ਕਾਂਗਰਸ ਦੇ ਪ੍ਰਧਾਨ ਬਣਾਏ ਗਏ ਸੀਗੇ ਤਾਂ ਇਹਨਾਂ ਨੇ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ। ਇਹਨਾਂ ਨੇ ਉਹਨਾਂ ਨੂੰ ਹਟਾ ਕੇ ਦਮ ਲਿਆ ਸੀਗਾ ਕਿ ਜਿੰਨੀ ਦੇਰ ਪ੍ਰਤਾਪ ਸਿੰਘ ਬਾਜਵਾ ਜੀ ਕਾਂਗਰਸ ਦੇ ਪ੍ਰਧਾਨ ਨੇ ਉਨੀ ਦੇਰ ਮੈਂ ਉਹਨਾਂ ਨੂੰ ਜਿਹੜਾ ਹੈਗਾ ਕਾਂਗਰਸੀ ਮੰਨਦਾ ਹੀ ਨਹੀਂ ਹਾਂ, ਮੈਂ ਤਾਂ ਕਾਂਗਰਸ ਦੇ ਵਿੱਚ ਕੁਝ ਨਹੀਂ ਕਰਾਂਗਾ। ਸੋ ਕਹਿਣ ਦਾ ਮਤਲਬ ਹੈ ਕਿ ਇੰਨਾ ਉਹਨਾਂ ਨੇ ਸ਼ੋਰ ਪਾਇਆ ਸੀਗਾ, ਇੰਨਾ ਰੌਲਾ ਪਾਇਆ ਸੀਗਾ ਉਸ ਵੇਲੇ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਆਪਣਾ ਅਹੁਦਾ ਛੱਡਣਾ ਪੈ ਗਿਆ ਸੀਗਾ। ਬਾਹਰੋਂ ਬਹੁਤ ਪ੍ਰੈਸ਼ਰ, ਹਾਈ ਕਮਾਂਡ ਵੱਲੋਂ ਬੜਾ ਵੱਡਾ ਪ੍ਰੈਸ਼ਰ ਪੈ ਗਿਆ ਸੀਗਾ। ਸੋ ਹੁਣ ਮੈਨੂੰ ਲੱਗਦਾ ਹੈ ਕਿ ਇੱਕ ਉਹ ਗੱਲ ਉਹਨਾਂ ਦੇ ਸੀਨੇ ਦੇ ਵਿੱਚ ਜਿਹੜੀ ਹੈਗੀ ਹੈ ਧੁਖ ਰਹੀ ਸੀ ਬਾਰ-ਬਾਰ ਕਿ ਉਹ ਬਦਲਾ ਜਿਹੜਾ ਹੈਗਾ ਮੈਂ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਲਵਾਂਗਾ। ਸੋ ਹੁਣ ਮੈਨੂੰ ਲੱਗਦਾ ਹੈ ਕਿ ਜਿਹੜੀ ਅੱਜ ਮੀਟਿੰਗ ਹੋਣੀ ਹੈ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ, ਦੁੱਲੋ ਸਾਹਿਬ ਦੀ, ਤਾਂ ਇਹਦੇ ਵਿੱਚ ਉਹੀ ਗੱਲਾਂ ਜਿਹੜੀਆਂ ਨੇ ਬਹੁਤ ਜ਼ੋਰ ਦੇ ਨਾਲ ਉਠਾਈਆਂ ਜਾਣਗੀਆਂ ਜਿਹੜੀਆਂ ਉਹ ਪਿਛਲੇ ਸਾਲਾਂ ਦੇ ਵਿੱਚ ਉਠਾਉਂਦੇ ਰਹੇ ਨੇ, ਚਾਹੇ ਉਹ ਨਸ਼ਿਆਂ ਦੇ ਮੁੱਦੇ ਤੇ ਹੋਵੇ, ਚਾਹੇ ਉਹ ਕੋਟਕਪੂਰਾ ਗੋਲੀ ਕਾਂਡ ਦੇ ਮੁੱਦੇ ਤੇ ਹੋਵੇ, ਚਾਹੇ ਉਹ ਬਰਗਾੜੀ ਕਾਂਡ ਦੇ ਮੁੱਦੇ ਤੇ ਹੋਵੇ, ਚਾਹੇ ਉਹ ਮਾਫੀਏ ਦੇ ਮੁੱਦੇ ਤੇ ਹੋਵੇ, ਚਾਹੇ ਉਹ ਕਿਸਾਨਾਂ ਨੂੰ ਜਾਂ ਹੋਰ ਜਿਹੜੇ ਨੌਜਵਾਨਾਂ ਦੀ ਨੌਕਰੀ ਦੇ ਮੁੱਦਿਆਂ ਤੇ ਹੋਵੇ। ਯਾਨੀ ਕਿ ਮੇਰਾ ਕਹਿਣ ਦਾ ਮਤਲਬ ਹੈ ਕਿ ਹੁਣ ਉਹਨਾਂ ਕੋਲ ਇੱਕ ਮੌਕਾ ਪ੍ਰਤਾਪ ਸਿੰਘ ਬਾਜਵਾ ਕੋਲੇ ਆ ਚੁੱਕਿਆ ਹੈ ਕਿ ਉਹ ਜਿਹੜੀ ਪਿਛਲੀ ਗੱਲਬਾਤ ਹੈ ਉਹਨੂੰ ਉਹ ਦੁਬਾਰਾ ਜਿਹੜੇ ਹੈਗਾ ਉਹ ਇੱਕ ਤਰ੍ਹਾਂ ਦਾ ਇੱਕ ਕਿਸਮ ਦਾ ਉਹਨਾਂ ਦਾ ਬਦਲਾ ਹੋਏਗਾ ਕਿ ਮੈਂ ਜਿਵੇਂ ਮੈਨੂੰ ਕੈਪਟਨ ਨੇ ਮੈਨੂੰ ਕਢਾਇਆ ਸੀਗਾ, ਮੈਨੂੰ ਥੱਲੇ ਲਾਇਆ ਸੀਗਾ ਉਸ ਵੇਲੇ 15 ਦੇ ਵਿੱਚ, ਉਹੀ ਗੱਲ ਜਿਹੜੀ ਹੈਗੀ 21 ਦੇ ਵਿੱਚ ਉਹ ਦੁਹਰਾਉਣ ਦੀ ਕੋਸ਼ਿਸ਼ ਕਰਨਗੇ। ਇਹ ਇੱਕ ਜ਼ਰੂਰ ਉਹਨਾਂ ਦੇ ਅੰਦਰ ਖਾਤੇ ਜਿਹੜੀ ਹੈਗੀ ਹੈ ਗੱਲ ਲੱਗ ਰਹੀ ਹੈ, ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਹੈ। ਇਸੇ ਕਰਕੇ ਉਹ ਲਗਾਤਾਰ ਕੈਪਟਨ ਦੇ ਉੱਤੇ ਲਗਾਤਾਰ ਉਹਨਾਂ ਨੂੰ ਨੇ ਜਿਹੜਾ ਹੈਗਾ ਵਾਰ ਕੀਤੇ ਨੇ ਔਰ ਕੈਪਟਨ ਸਾਹਿਬ ਦੀ ਜਿਹੜੀ ਪੋਜੀਸ਼ਨ ਨੂੰ ਡਾਊਨ ਕਰਨ ਦੀ ਕੋਸ਼ਿਸ਼ ਕਰਦੇ ਰਹੇ ਨੇ ਉਹ। ਔਰ ਹੁਣ ਪਹਿਲਾਂ ਕਾਮਯਾਬ ਨਹੀਂ ਸੀ ਹੋ ਰਹੇ, ਪਰ ਹੁਣ ਲੱਗਦਾ ਹੈ ਕਿ ਉਹ ਇਸ ਵਾਰੀ ਜ਼ਰੂਰ ਕਾਮਯਾਬ ਹੋਣ ਦੀਆਂ ਸੰਭਾਵਨਾਵਾਂ ਉਹਨਾਂ ਦੀ ਜਿਹੜੀ ਮੁਲਾਕਾਤ ਹੋਏਗੀ ਉੱਥੋਂ ਉਹਨਾਂ ਦੀਆਂ ਲੱਗ ਰਹੀਆਂ ਨੇ। ਇਸੇ ਕਰਕੇ ਤੁਸੀਂ ਦੇਖਿਆ ਹੋਵੇਗਾ ਕਿ ਲਗਾਤਾਰ ਉਹ ਸਭ ਤੋਂ ਅਗਰੈਸਿਵ ਤਰੀਕੇ ਦੇ ਨਾਲ ਜਿਹੜੇ ਨੇ ਕੈਪਟਨ ਸਾਹਿਬ ਨੂੰ ਘੇਰਦੇ ਸੀਗੇ। ਸੋ ਅੱਜ ਕਾਫੀ ਗੱਲਾਂ ਹੋਰ ਵੀ ਕਲੀਅਰ ਹੋਣ ਦੀਆਂ ਸੰਭਾਵਨਾਵਾਂ ਨੇ ਸੁਖਵਿੰਦਰ ਜੀ। ਬਿਲਕੁਲ। ਤਾਂ ਉੱਥੇ ਜੇਕਰ ਆਪਾਂ ਗੱਲ ਕਰੀਏ ਕਿ ਇਹ ਤਾਂ ਚਲੋ ਗੱਲ ਉੱਪਰਲੇ ਲੈਵਲ ਦੀ ਸੀਗੀ, ਜਿਹੜੇ ਆਪਸੀ ਟਸਲ ਹੈ, ਹੁਣ ਥੱਲੇ ਦੇ ਲੈਵਲ ਜਿਹੜੇ MLA ਤੇ ਮੰਤਰੀ ਨੇ ਉਹ ਵੀ ਜਿਹੜੇ ਹੁਣ ਲੱਗਦੇ ਹੋਏ ਆਪਸ ਦੇ ਵਿੱਚ ਇੱਕ ਦੂਜੇ ਨਾਲ ਟਸਲ ਖਹਿੰਦੀ ਹੋਈ ਜਿਹੜੀ ਨਜ਼ਰ ਆ ਰਹੀ ਹੈ। ਅਸ਼ਵਨੀ ਸ਼ੇਖਰ ਜਿਹੜੇ ਬਟਾਲਾ ਤੋਂ ਸਾਬਕਾ MLA ਨੇ, ਹੁਣ ਉਹ ਕਹਿੰਦੇ ਨੇ ਕਿ ਤ੍ਰਿਪਤਰਿੰਦਰ ਬਾਜਵਾ ਦੀ ਸੀਟ ਦੇ ਉੱਪਰ ਕਬਜ਼ਾ ਕਰਨਾ ਚਾਹੁੰਦੇ ਆ। ਆਪਣੇ ਹਲਕੇ ਦੇ ਵਿੱਚ ਕਹਿੰਦੇ ਫਤਿਹਗੜ੍ਹ ਚੂੜੀਆਂ ਦੇ ਵਿੱਚ ਉਹ ਜਾਂਦੇ ਨਹੀਂ, ਮੇਰੇ ਇਲਾਕੇ ਦੇ ਵਿੱਚ ਆ ਕੇ ਉਦਘਾਟਨ ਕਰਦੇ ਰਹਿੰਦੇ ਆ। ਕਹਿੰਦੇ ਕਿ ਨਾ ਤਾਂ ਕੈਪਟਨ ਸਾਹਿਬ ਸੁਣਦੇ ਆ ਤੇ ਨਾ ਜਾਖੜ ਸਾਹਿਬ ਸੁਣਦੇ ਆ। ਉਹਨਾਂ ਨੇ ਜਾਖੜ ਤੇ ਵੀ ਤੇ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਤੇ ਮੁੱਖ ਮੰਤਰੀ ਦੇ ਉੱਪਰ ਵੀ ਸਵਾਲ ਖੜੇ ਕੀਤੇ ਨੇ ਤੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਹੈ ਕਿ ਪਾਰਟੀ ਅੰਦਰ ਜਿਹੜੇ ਹਿੰਦੂ ਚਿਹਰੇ ਆ ਉਹਨਾਂ ਨੂੰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਕਾਂਗਰਸ ਦੇ ਅੰਦਰ। ਕਿਵੇਂ ਦੇਖਦੇ ਹੋ ਅਸ਼ਵਨੀ ਸ਼ੇਖਰ ਦੇ ਇਸ ਇਲਜ਼ਾਮਾਂ ਨੂੰ ਤੇ ਇਹ ਇਲਜ਼ਾਮ ਕਿੰਨੇ ਕਿ ਨੁਕਸਾਨਦੇਹ ਸਿੱਧ ਹੋ ਸਕਦੇ ਆ ਕਾਂਗਰਸ ਦੇ ਲਈ, ਕੈਪਟਨ ਅਮਰਿੰਦਰ ਸਿੰਘ ਦੇ ਲਈ ਤੇ ਜਾਖੜ ਦੇ ਲਈ ਕਿੰਨੇ ਘਾਤਕ ਸਿੱਧ ਹੋ ਸਕਦੇ? ਸੁਖਵਿੰਦਰ ਜੀ, ਸੇਖੜੀ ਸਾਹਿਬ ਆਪਾਂ ਨੂੰ ਪਤਾ ਹੈ ਕਿ ਉਹ ਯੂਥ ਕਾਂਗਰਸ ਦਾ ਕਿਸੇ ਵੇਲੇ ਚਿਹਰਾ ਬਣੇ ਔਰ ਹੌਲੀ-ਹੌਲੀ ਆਪਣੇ ਇਲਾਕੇ ਦੇ ਵਿੱਚ MLA ਆਏ ਔਰ ਬਣੇ, ਜਿੱਤੇ ਔਰ ਮੰਤਰੀ ਤੱਕ ਰਹੇ। ਔਰ ਉਸ ਤੋਂ ਬਾਅਦ ਜਦੋਂ ਕੈਪਟਨ ਸਾਹਿਬ ਦਾ ਦਬਦਬਾ ਸ਼ੁਰੂ ਹੋਇਆ ਕਾਂਗਰਸ ਦੇ ਵਿੱਚ ਤਾਂ ਇਹਨਾਂ ਦੇ ਨਾਲ ਬਹੁਤ ਹੀ ਸਾਂਝ ਰੱਖਣ ਵਾਲੇ ਇੱਕ ਹੋਰ ਜਿਵੇਂ ਨਾਂ ਲੈ ਰਹੇ ਨੇ ਕਿ ਬਾਜਵਾ ਸਾਹਿਬ ਜਿਹੜੇ ਨੇ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕਿਉਂਕਿ ਉਹ ਵੀ ਇਸ ਇਲਾਕੇ ਦੇ ਵੱਡੇ ਲੀਡਰ ਨੇ ਔਰ ਖਾਸ ਤੌਰ ਤੇ ਉਹ ਕੈਪਟਨ ਸਾਹਿਬ ਦੇ ਮੈਨੂੰ ਲੱਗਦਾ ਕਿ ਸਭ ਤੋਂ ਨੇੜੇ ਸਮਝੇ ਜਾਂਦੇ ਜਿਹੜੇ ਨੇ ਮੰਤਰੀ ਨੇ। ਸੋ ਇਸ ਕਰਕੇ ਜਦੋਂ ਇਹ ਉਹਨਾਂ ਦੇ ਖਿਲਾਫ ਕੋਈ ਮੁੱਦਾ ਚੁੱਕਦੇ ਨੇ ਤਾਂ ਲਾਜ਼ਮੀ ਤੌਰ ਤੇ ਕੈਪਟਨ ਸਾਹਿਬ ਨੇ ਤਾਂ ਕੀ ਸੁਣਨਾ ਸੀਗਾ। ਔਰ ਇਸੇ ਕਰਕੇ ਇਹਨਾਂ ਨੂੰ ਲੱਗਦਾ ਹੈ ਕਿ ਜਾਖੜ ਸਾਹਿਬ, ਕਿਉਂਕਿ ਉਹ ਵੀ ਪ੍ਰਧਾਨ ਜਿਹੜੇ ਨੇ ਉਹਨਾਂ ਦੇ ਕੰਟਰੋਲ 'ਚ ਨੇ, ਇਸ ਕਰਕੇ ਨਾ ਜਾਖੜ ਸਾਹਿਬ ਕੋਲ ਸੁਣਵਾਈ ਹੋਈ ਪਿਛਲੇ ਸਾਲਾਂ ਦੇ ਵਿੱਚ, ਨਾ ਹੀ ਜਿਹੜੀ ਹੈਗੀ ਹੈ ਕੈਪਟਨ ਸਾਹਿਬ ਨੇ ਉਹਨਾਂ ਦੀ ਕੋਈ ਗੱਲਬਾਤ ਸੁਣੀ।
ਸੋ ਇੱਕ ਕਿਸਮ ਦਾ ਉਹਨਾਂ ਨੂੰ ਲੱਗਿਆ ਕਿ ਮੈਨੂੰ ਲਵਾਰਸ ਕਰ ਦਿੱਤਾ ਗਿਆ ਇਸ ਇਲਾਕੇ ਦੇ ਵਿੱਚ। ਸੋ ਉਹਦਾ ਨਤੀਜਾ ਇਹ ਹੋਇਆ ਕਿ ਪਿਛਲੇ ਦਿਨਾਂ ਦੇ ਵਿੱਚ ਉਹ ਸਿੱਧੇ ਤੌਰ ਤੇ ਪ੍ਰੈਸ ਵਿੱਚ ਆਏ ਔਰ ਸਿੱਧੇ ਤੌਰ ਤੇ ਇਲਜ਼ਾਮ ਉਹਨਾਂ ਨੇ ਕੈਪਟਨ ਸਾਹਿਬ ਦੇ ਉੱਤੇ ਲਗਾਏ, ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਲਗਾਏ। ਔਰ ਉਹਦਾ ਨਤੀਜਾ ਇਹ ਹੋ ਗਿਆ ਕਿ ਬਹੁਤ ਸਾਰੇ ਹੋਰ ਵੀ ਜਿਹੜੇ ਵਿਧਾਇਕ ਜਿਹੜੇ ਰੁੱਸੇ ਹੋਏ ਸੀਗੇ, ਉਹਨਾਂ ਨੂੰ ਵੀ ਮੌਕਾ ਮਿਲਿਆ ਬੋਲਣ ਦਾ। ਔਰ ਇਹਦਾ ਨਤੀਜਾ ਮੈਨੂੰ ਲੱਗਦਾ ਹੈ ਕਿ ਜਿਹੜੀ ਇੱਕ ਗੱਲ ਉਹਨਾਂ ਨੇ ਬਹੁਤ ਹੀ ਜਿਹੜੀ ਹੈਗੀ ਹੈ ਇੰਪੋਰਟੈਂਟ ਕੀਤੀ ਹੈ, ਮਹੱਤਵਪੂਰਨ ਕੀਤੀ ਹੈ, ਉਹ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੇ ਹਿੰਦੂ ਚਿਹਰਾ ਹੈ, ਇਸ ਵੇਲੇ ਉਹਨਾਂ ਨੇ ਅੰਕੜੇ ਵੀ ਦਿੱਤੇ ਨੇ ਕਿ ਲਗਭਗ 40% ਲੋਕ ਦਾ, ਚਾਹੇ ਉਹ ਦਲਿਤ ਹਿੰਦੂ ਨੂੰ ਮਿਲਾ ਕੇ ਜਾਂ ਜਿਹੜੇ ਬਾਕੀ ਹਿੰਦੂ ਨੂੰ ਮਿਲਾ ਕੇ, ਉਹ ਇਸ ਤੋਂ ਉੱਪਰ ਜਿਹੜੇ ਨੇ ਬਣਦੇ ਨੇ। ਸੋ ਇਸ ਕਰਕੇ ਇੱਕ ਹਿੰਦੂ ਚਿਹਰਾ ਜਿਹੜਾ ਹੈਗਾ, ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਹਾਲਾਂਕਿ ਧਰਮ ਨਿਰਪੱਖ ਬੰਦਾ, ਪਰ ਮੈਂ ਇਸ ਗੱਲ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ, ਮੈਂ ਕੋਈ ਇਦਾਂ ਦੀ ਸਿਆਸਤ ਨਹੀਂ ਖੇਡਣਾ ਚਾਹੁੰਦਾ ਜਿਹੜੀ ਹੈਗੀ ਹੈ ਧਰਮਾਂ ਦੇ ਨਾਂ ਤੇ ਵੰਡੀਆਂ ਪਾਵੇ। ਪਰ ਉਹਨਾਂ ਨੇ ਕਿਹਾ ਕਿ ਮੈਂ ਮਜਬੂਰੀ ਦੇ ਵਿੱਚ ਇਹ ਗੱਲ ਦੱਸਣੀ ਚਾਹੁੰਦਾ ਜ਼ੋਰ ਨਾਲ ਕਿ ਕਾਂਗਰਸ ਦੇ ਵਿੱਚ ਹਿੰਦੂ ਚਿਹਰਿਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਹ ਮੈਨੂੰ ਲੱਗਦਾ ਹੈ ਕਿ ਵੱਡਾ ਸਵਾਲ ਉਹਨਾਂ ਨੇ ਕੈਪਟਨ ਸਾਹਿਬ ਦੇ ਉੱਤੇ ਖੜਾ ਕੀਤਾ ਹੈ। ਔਰ ਉਹਨਾਂ ਨੂੰ ਲੱਗਦਾ ਹੈ ਕਿ ਕੈਪਟਨ ਸਾਹਿਬ ਜਿਹੜੇ ਨੇ ਉਹ ਇੱਕ ਖਾਸ ਤਰ੍ਹਾਂ ਦੇ ਲੋਕਾਂ ਨੂੰ ਤਰਜੀਹ ਦੇ ਰਹੇ ਨੇ ਔਰ ਇੱਕ ਖਾਸ ਤਰ੍ਹਾਂ ਦੀ ਜਿਹੜੀ ਕਮਿਊਨਿਟੀ ਹੈ, ਉਹਨਾਂ ਨੂੰ ਖਾਸ ਤਰ੍ਹਾਂ ਦਾ ਭਾਈਚਾਰਾ ਹੈ, ਉਸ ਨੂੰ ਉਹ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਬਹੁਤ ਵੱਡਾ ਗੰਭੀਰ ਇਲਜ਼ਾਮ ਕੈਪਟਨ ਸਾਹਿਬ ਦੀ ਸੋਚ ਦੇ ਉੱਤੇ, ਕੈਪਟਨ ਸਾਹਿਬ ਦੀ ਕਾਰਗੁਜ਼ਾਰੀ ਦੇ ਉੱਤੇ ਉਹਨਾਂ ਨੇ ਲਗਾਇਆ ਹੈ। ਸੋ ਇਸ ਦੇ ਵੱਖਰੇ ਮੀਨਿੰਗ ਜਿਹੜੇ ਨੇ ਕੱਢੇ ਜਾ ਸਕਦੇ ਨੇ ਔਰ ਮੈਨੂੰ ਲੱਗਦਾ ਹੈ ਕਿ ਇਹਦਾ ਅਸਰ ਉਹਨਾਂ ਨੇ ਇਹ ਵੀ ਗੱਲ ਕਹਿਤੀ, ਕਹਿੰਦੇ ਕਿ ਜਿਹੜੇ ਜੇਕਰ ਇਹ ਕਮੇਟੀ ਮੈਨੂੰ ਕਹਿੰਦੇ ਉੱਥੇ ਬੁਲਾਉਂਦੀ ਵੀ ਹੈ ਤਾਂ ਮੈਂ ਜਾਵਾਂਗਾ। ਹਾਂ, ਕਿਉਂਕਿ ਦੇਖੋ ਉਹਨਾਂ ਨੂੰ ਲੱਗਦਾ ਹੈ ਕਿ ਇਹ ਕਮੇਟੀ ਜਿਹੜੀ ਹੈਗੀ ਹੈ ਵਿਧਾਇਕਾਂ ਨੂੰ ਹੀ ਬੁਲਾ ਰਹੀ ਹੈ ਔਰ ਜਿੱਤੇ ਹੋਏ ਮੈਂਬਰ ਸਾਹਿਬਾਨ ਜਿਹੜੇ ਨੇ, MLA ਸਾਹਿਬਾਨ ਨੇ ਜਾਂ ਮੰਤਰੀ ਸਾਹਿਬਾਨ ਨੇ, ਲਗਭਗ ਉਹਨਾਂ ਨੂੰ ਹੀ ਬੁਲਾਇਆ ਜਾ ਰਿਹਾ ਹੈ। ਪਰ ਇਹ ਜਿਹੜਾ ਹੈਗਾ, ਮੈਨੂੰ ਲੱਗਦਾ ਹੈ ਕਿ ਇਹ ਕੋਈ ਬਿਆਨ ਇਦਾਂ ਦਾ ਦੇਣਾ ਕਿ ਮੈਂ ਜਾਵਾਂਗਾ ਨਹੀਂ, ਇਹ ਗੱਲ ਤਾਂ ਉਹਨਾਂ ਨੂੰ ਰੱਖਣੀ ਚਾਹੀਦੀ ਹੈ। ਜੇ ਸੇਖੜੀ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਮੈਂ ਨਹੀਂ ਜਾਵਾਂਗਾ, ਇਹ ਗੱਲ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਸੰਵਾਦ ਤੋਂ ਜਿਹੜਾ ਹੈਗਾ, ਡਾਇਲੌਗ ਤੋਂ ਨਹੀਂ ਪਿੱਛੇ ਹਟਣਾ ਚਾਹੀਦਾ, ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈ। ਇਹੀ ਪੁਆਇੰਟ ਜਿਹੜੇ ਉਹਨਾਂ ਨੇ ਪ੍ਰੈਸ 'ਚ ਰੱਖੇ ਨੇ, ਇਹੀ ਪੁਆਇੰਟ ਉਹਨਾਂ ਨੂੰ ਕਮੇਟੀ ਦੇ ਅੱਗੇ ਰੱਖਣੇ ਬਣਦੇ ਆ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਕਿਸੇ ਵੀ ਜੇ ਤਾਂ ਉਹ ਝੂਠ ਬੋਲ ਰਹੇ ਹੋਣ ਤਾਂ ਉਹ ਇੱਕ ਬੰਦੇ ਤੇ ਹੁੰਦਾ ਮਨ ਦੇ ਵਿੱਚ ਕਿ ਮੈਂ ਇੱਥੇ ਜਿਹੜਾ ਹੈਗਾ ਝੂਠ ਬੋਲ ਰਿਹਾ, ਉੱਥੇ ਜਾ ਕੇ ਮੈਨੂੰ ਫੇਰ ਦੁਬਾਰਾ ਝੂਠ ਬੋਲਣਾ ਪਏਗਾ, ਫਿਰ ਤਾਂ ਬੰਦੇ ਨੂੰ ਡਰਨ ਦੀ ਲੋੜ ਹੈ। ਹੁਣ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਸੱਚ ਬੋਲ ਰਿਹਾ ਔਰ ਤੱਥਾਂ ਦੇ ਆਧਾਰ ਤੇ ਬੋਲ ਰਿਹਾ, ਫੈਕਟਸ ਜਿਹੜੇ ਨੇ ਉਹ ਮੈਂ ਪੇਸ਼ ਕਰ ਰਿਹਾ, ਔਰ ਜਦੋਂ ਫੈਕਟਸ ਉਹਨਾਂ ਕੋਲੇ ਨੇ ਤਾਂ ਉਹਨਾਂ ਨੂੰ ਲਾਜ਼ਮੀ ਤੌਰ ਤੇ ਕਮੇਟੀ ਦੇ ਅੱਗੇ ਰੱਖ ਦੇਣੇ ਚਾਹੀਦੇ ਨੇ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਜਿਵੇਂ ਬਾਕੀ MLA ਸਾਹਿਬਾਨ ਜਾਂ ਬਾਕੀ ਜਿਹੜੇ ਲੀਡਰ ਨੇ ਉਹ ਵੀ ਫੈਕਟਸ ਦੇ ਨਾਲ ਗੱਲ ਕਰ ਰਹੇ ਨੇ। ਸੋ ਇਸ ਕਰਕੇ ਸੇਖੜੀ ਸਾਹਿਬ ਨੂੰ ਵੀ ਇਹ ਗੱਲ ਚਾਹੀਦੀ ਹੈ ਕਿ ਜੇ ਉਹਨਾਂ ਨੂੰ ਕਮੇਟੀ ਬੁਲਾਏਗੀ ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਜਾਣਾ ਚਾਹੀਦਾ ਔਰ ਆਪਣਾ ਪੱਖ ਜਿਹੜਾ ਹੈਗਾ ਰੱਖਣਾ ਚਾਹੀਦਾ। ਉਹਦੇ ਨਾਲ ਉਹਨਾਂ ਦਾ ਜਿਹੜਾ ਸਾਰੀ ਚੀਜ਼ ਆ, ਉਹਨਾਂ ਦਾ ਕੱਦ ਹੋਰ ਵੱਡਾ ਹੋਏਗਾ ਔਰ ਉਹਨਾਂ ਦੀ ਸ਼ਖਸੀਅਤ ਦਾ ਜਿਹੜਾ ਹੈਗਾ ਹੋਰ ਉਭਾਰ ਆਏਗਾ। ਸੋ ਇਸ ਕਰਕੇ ਇਦਾਂ ਦੀਆਂ ਗੱਲਾਂ ਨਹੀਂ ਸੋਚਣੀਆਂ ਚਾਹੀਦੀਆਂ ਕਿ ਮੈਂ ਪੇਸ਼ ਨਹੀਂ ਹੋਵਾਂਗਾ, ਮੈਂ ਨਹੀਂ ਜਾਵਾਂਗਾ। ਇਹ ਇੱਕ ਹੋਰ ਤਰ੍ਹਾਂ ਦੀ ਗੱਲ ਹੈ ਜੀ। ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਰਾਜਸਥਾਨ ਡਾਕਟਰ ਭੀਵਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਤਮਾਮ ਖਬਰਾਂ ਦੇ ਉੱਪਰ ਸਾਡੇ ਨਾਲ ਵਿਚਾਰ ਚਰਚਾ ਕੀਤੀ ਗਈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।